प्रभु ਦੇ ਵਚਨ ਚੋਂ ਅਸੀਂ ਦੇਖ ਰਹੇ ਸੀ ਕਿ ਜੋ ਮਸੀਹ ਨੂੰ ਸਮਝ ਗਿਆ ਉਸ ਦੀ ਚਾਲ ਚੱਲਣ ਵਿੱਚ ਫਰਕ ਆਉਂਦਾ ਹੈ। ਲਿਖਿਆ ਸੀ ਕਿ ਨਹੀਂ? ਹਾਂਜੀ। ਸੋ ਜਿਹੜਾ ਮਸੀਹ ਨੂੰ ਸਮਝ ਲਊਗਾ ਉਹਦੀ ਚਾਲ ਚੱਲਣ ਵਿੱਚ ਕੀ ਹੋਊਗਾ? ਫਰਕ ਆਊਗਾ। ਹੁਣ ਮਸੀਹ ਨੂੰ ਸਮਝਣਾ ਆ ਤੇ ਸਾਨੂੰ ਬਾਈਬਲ ਦਿੱਤੀ ਗਈ। ਬਾਈਬਲ ਦੇ ਵਿੱਚ ਪਰਮੇਸ਼ਰ ਦਾ ਸੁਭਾਅ ਤੇ ਯਿਸੂ ਦਾ ਸਰੂਪ ਹਾਲੇਲੂਇਆ ਰੱਖਿਆ ਗਿਆ ਹੈ। ਔਰ ਜਿੰਨੀ ਦੇਰ ਤੱਕ ਅਸੀਂ ਬਾਈਬਲ ਦੇ ਵਿੱਚ ਵਚਨ ਦੇ ਵਿੱਚ ਦਿਲਚਸਪੀ ਨਹੀਂ ਦਿਖਾਵਾਂਗੇ ਉਨੀ ਦੇਰ ਅਸੀਂ ਜਿੱਦਾਂ ਆਮ ਸੰਸਾਰਕ ਲੋਕ ਆ ਤੇ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ। ਹਾਲੇਲੂਇਆ। ਕਿਉਂਕਿ ਵਚਨ ਸਾਨੂੰ ਇਸ ਲਈ ਦਿੱਤਾ ਗਿਆ ਆ। ਮੈਂ ਇਹਦੇ ਬਾਰੇ ਜਦੋਂ ਕਤਲ ਹੋਏ ਆ, ਠੀਕ ਹੈ ਨਾ, ਲਹੂ ਬਹਾਇਆ ਗਿਆ, ਮਾਰੇ ਵੱਢੇ ਗਏ ਲੋਕ, ਇਹ ਪੰਜਾਬ ਦੇ ਵਿੱਚ ਵੀ ਆ, ਬਾਈਬਲ ਹੈਗੀ ਆ ਕਿ ਇੱਥੇ ਵੀ ਕੀ ਹੋਇਆ ਭਲਾ? ਕਤਲ ਹੋਏ ਆ, ਲਹੂ ਬਹੇ ਆ, ਲੋਕਾਂ ਨੇ ਕੀਮਤਾਂ ਦਿੱਤੀਆਂ। ਹਾਲੇਲੂਇਆ। ਸਾਡੇ ਤੱਕ ਪਹੁੰਚਿਆ ਹੈ ਖੁਦਾ ਦਾ ਵਚਨ। ਜਿਨ੍ਹਾਂ ਨੇ ਜਾਨ ਦਿੱਤੀ, ਲਹੂ ਬਹਾਇਆ, ਮਸੀਹ ਤੋਂ ਅੱਗਿਓਂ ਉਹਦੇ ਪ੍ਰੇਮੀਆਂ ਨੇ ਕਿਸ ਖਾਤਰ ਬਹਾਇਆ ਹੈ ਕਿ ਮਸੀਹ ਦਾ ਪ੍ਰੇਮ ਤੋਂ ਸਾਰੇ ਜਣੇ ਕੀ ਹੋ ਜਾਣ? ਜਾਣ। ਹਾਲੇਲੂਇਆ। ਇਸ ਲਈ ਇਹ ਜਿਹੜੀਆਂ ਚੀਜ਼ਾਂ ਆ ਆਪਾਂ ਸਿੱਖ ਰਹੇ ਆ, ਅਜੀਬੋ ਗਰੀਬ ਜਿਹੀਆਂ ਜਿਹੜੀਆਂ ਅਸੀਂ ਲੋਕ ਆਮ ਚਰਚਾਂ ਵਿੱਚ ਕਦੀ ਸੁਣਦੇ ਨਹੀਂ। ਵੱਡੀਆਂ ਵੱਡੀਆਂ ਸਟੇਜਾਂ ਤੇ ਲੋਕ ਪ੍ਰਚਾਰ ਕਰਦੇ ਆ, ਬਿਮਾਰੀਆਂ ਚੰਗੀਆਂ ਚਮਤਕਾਰ ਤੋਂ ਇਲਾਵਾ ਕੋਈ ਇਦਾਂ ਦਾ ਕੋਈ ਸਿਸਟਮ ਹੈਗਾ ਨਹੀਂ। ਸੋ ਨਾ ਹੀ ਉਹਨਾਂ ਨੂੰ ਪਤਾ ਹੈ ਤੇ ਨਾ ਹੀ ਉਹ ਗਾਂ ਸਿਖਾਉਂਦੇ ਹੈਗੇ। ਸਿੱਧਾ ਮਤਲਬ ਆ ਇਹ ਇੱਕ ਹੈਗਾ ਆ ਮਸੀਹ ਨੂੰ ਮਸੀਹ ਤੋਂ ਆਸ਼ੀਸ਼ਾਂ ਲੈਣੀਆਂ, ਇੱਕ ਹੈਗਾ ਮਸੀਹ ਨੂੰ ਜਾਣ ਲੈਣਾ। ਹਾਲੇਲੂਇਆ। ਯਾਨੀ ਕਿ ਦੂਸਰੇ ਸ਼ਬਦਾਂ ਵਿੱਚ ਇੱਕ ਹੈਗਾ ਮਸੀਹ ਤੋਂ ਆਪਣੇ ਖਰਚੇ ਪੂਰੇ ਕਰਾ ਲੈਣੇ, ਦੂਜਾ ਹੈਗਾ ਮਸੀਹ ਲਈ ਖਰਚ ਹੋ ਜਾਣਾ। ਹਾਲੇਲੂਇਆ। ਦੋ ਤਰ੍ਹਾਂ ਦਾ ਹੈ। ਇਸੇ ਲਈ ਇੱਕ ਵਚਨ ਕਾਫੀ ਦੇਰ ਪਹਿਲਾਂ ਸੁਣਾਇਆ ਸੀਗਾ, ਯਿਸੂ ਮਸੀਹ ਦਾ ਨਾਮ ਔਰ ਯਿਸੂ ਮਸੀਹ ਦੀ ਪਹਿਚਾਨ। ਅੱਜ ਨਾਮ ਇਸਤੇਮਾਲ ਕਰਕੇ ਯਿਸੂ ਨੇ ਖੁਦ ਹੀ ਕਿਹਾ ਹੈ ਮੇਰਾ ਨਾਮ ਲੈ ਕੇ ਕਰੋਗੇ ਕੰਮ, ਤੇ ਉਹ ਨਾਮ ਲੈ ਕੇ ਕੰਮ ਕਰੀ ਜਾਂਦੇ ਆ। ਜ਼ਿੰਦਗੀਆਂ ਦੇ ਵਿੱਚ ਕੋਈ ਤਬਦੀਲੀ ਆਉਂਦੀ ਨਹੀਂ। ਹਾਲੇਲੂਇਆ। ਸੋ ਜਦੋਂ ਜ਼ਿੰਦਗੀਆਂ ਵਿੱਚ ਕੋਈ ਤਬਦੀਲੀ ਨਹੀਂ ਤੇ ਇਹਦਾ ਮਤਲਬ ਫਿਰ ਕੋਈ ਨਾਮ ਦਾ ਕੋਈ ਫਾਇਦਾ ਹੈ ਨਹੀਂਗਾ। ਯਿਸੂ ਨਾਮ ਔਰ ਯਿਸੂ ਦੀ ਪਹਿਚਾਨ ਅੱਜ ਦਾ ਹੁਣ ਆਪਾਂ ਕਰ ਰਹੇ ਹਾਂ। ਹਾਲੇਲੂਇਆ। ਕਿਉਂਕਿ ਬਾਈਬਲ 'ਚ ਛੁਪੇ ਹੋਏ ਹਰ ਪਾਤਰ ਤੋਂ, ਹਰ ਘਟਨਾ ਤੋਂ, ਹਰ ਸ਼ੈ ਤੋਂ ਸਾਨੂੰ ਕੀ ਨਜ਼ਰ ਆ ਰਿਹਾ ਹੈ? ਯਿਸੂ ਮਸੀਹ। ਹਾਲੇਲੂਇਆ। ਕਿਸ ਪ੍ਰਕਾਰ ਆ ਉਹ? ਇਹ ਦੇਖ ਰਹੇ ਨਾ ਆਪਾਂ, ਸਾਹਮਣੇ ਸੰਦੂਕ ਪਿਆ ਆ, ਸੰਦੂਕ ਦੇ ਉੱਪਰ ਢੱਕਣ ਆ, ਢੱਕਣ ਦੇ ਉੱਤੇ ਫਰਿਸ਼ਤੇ ਆ। ਹਾਲੇਲੂਇਆ। ਫਰਿਸ਼ਤੇ ਕਿਸ ਗੱਲ ਦਾ ਪ੍ਰਤੀਕ ਉਸ ਜਗ੍ਹਾ ਤੇ ਹੈਗੇ ਆ ਕਿ ਖੁਦਾਵੰਦ ਦੀ ਆਰਾਧਨਾ ਜਿਹੜੀ ਆ ਉਹਦੀ ਹਜ਼ੂਰੀ ਉਸ ਜਗ੍ਹਾ ਤੇ ਕੀ ਆ? ਹਾਲੇਲੂਇਆ। ਅਗਲੀ ਗੱਲ ਆ ਜਾਓ। ਆਪਾਂ ਦੇਖਦੇ ਹਾਂ ਜਿੱਦਾਂ ਲਿਖ ਲਓ ਨੰਬਰ 1, ਸਰਦੀਆਂ ਵਿੱਚ ਚਰਵਾਹੇ ਭੇਡਾਂ ਨੂੰ ਬਾਹਰ ਨਹੀਂ ਰੱਖਦੇ, ਹੈ ਨਾ। ਸਰਦੀਆਂ ਦੇ ਵਿੱਚ ਜਿਹੜਾ ਉਲਟਾ ਪੁਲਟਾ ਇੱਥੇ ਕੰਮ ਹੋਇਆ ਨਾ, ਯਿਸੂ ਮਸੀਹ ਦਾ ਜਨਮ ਕਿਹੜੇ ਦਿਨਾਂ ਵਿੱਚ ਮਨਾਇਆ ਜਾਂਦਾ ਹੈ? ਸਰਦੀਆਂ ਦੇ ਦਿਨਾਂ ਵਿੱਚ। ਸੋ ਚਰਵਾਹੇ ਕੀ ਸੀ? ਭੇਡਾਂ ਦੇ ਨਾਲ ਕੀ ਕਰ ਸੀ? ਉੱਥੇ ਆਰਾਮ ਕਰ ਰਹੇ ਸੀ। ਜਦੋਂ ਕੀ ਆਇਆ ਉੱਥੇ? ਸਵਰਗਦੂਤ ਚੁੱਕਿਆ ਹੈ ਨਾ। ਤੇ ਸਰਦੀਆਂ ਦੇ ਵਿੱਚ ਤਾਂ ਕੋਈ ਇਦਾਂ ਦਾ ਬਾਹਰ ਹੋ ਸਕਦਾ ਨਹੀਂ, ਹਨਾ। ਦੂਸਰਾ, ਰਾਜਾ ਸਰਦੀਆਂ ਵਿੱਚ ਨਾਮ ਲਿਖਣ ਲਈ ਨਹੀਂ ਕਹੇਗਾ। ਉਹਨਾਂ ਦਿਨਾਂ ਵਿੱਚ ਕੀ ਲਿਖੇ ਜਾ ਰਹੇ ਸੀ? ਯਿਸੂ ਮਸੀਹ ਦਾ ਜਦੋਂ ਜਨਮ ਸੀ, ਸਾਰਿਆਂ ਨੂੰ ਕਿੱਥੇ ਇਕੱਠੇ ਕੀਤਾ ਜਾ ਰਿਹਾ ਸੀਗਾ, ਹਨਾ। ਇੱਕ ਜਗ੍ਹਾ ਤੇ ਸਾਰਿਆਂ ਨੂੰ ਇਕੱਠੇ ਕੀਤਾ ਜਾ ਰਿਹਾ। ਇੱਥੇ ਆ ਕੇ ਸਾਰਿਆਂ ਨੂੰ ਕੀ ਕਰਨਾ? ਆਪਣਾ ਨਾਮਕਰਨ ਕਰਾਉਣਾ ਹੈ, ਨਾਮ ਸਾਰਿਆਂ ਨੇ ਲਿਖਵਾਉਣਾ ਹੈ। ਹਰ ਜਗ੍ਹਾ ਤੋਂ ਉੱਥੇ ਆ ਰਹੇ ਸੀਗੇ। ਤੇ ਸਰਦੀਆਂ ਦੇ ਵਿੱਚ ਪਤਾ ਜਦੋਂ ਨਾਮ ਸਾਰੇ ਪਾਸੇ ਲੋਕਾਂ ਨੇ ਆਉਣਾ ਤੇ ਲੋਕਾਂ ਦੀ ਬਹਿਣ ਉੱਠਣ ਦੀ ਕੋਈ ਵਿਵਸਥਾ ਹੋਣੀ ਨਹੀਂ, ਤੇ ਸਰਦੀਆਂ ਦੇ ਵਿੱਚ ਤਾਂ ਬੜੀ ਮੁਸ਼ਕਲ ਹੋ ਜਾਊਗੀ। ਠੀਕ ਹੈ। ਸੋ ਇਸ ਲਈ ਇਹ
ਯਿਸੂ ਮਸੀਹ ਨੂੰ ਨਾ ਜਾਣਨ ਦਾ ਕਰਕੇ ਅੱਜ ਲੋਕ ਜਨਮ ਦਿਨ ਮਨਾਉਂਦੇ ਆ ਜਾਂ ਕੁਝ ਵੀ ਜਿਹੜੇ ਤਿਉਹਾਰ ਜਿਹੜੇ ਆ ਮਸੀਹੀ ਤਿਉਹਾਰ ਆ ਮਨਾਉਂਦੇ ਆ, ਪਰ ਅਸਲ ਦੇ ਵਿੱਚ ਵਚਨ ਦੇ ਵਿੱਚ ਹੈ ਨਹੀਂ ਕੁਝ ਵੀ ਇਦਾਂ ਦਾ ਚੱਕਰ। ਸਿਰਫ ਅੱਗੇ ਲਿਖੋ ਅਗਲਾ ਪੁਆਇੰਟ, ਸਿਰਫ ਕਿੱਕਰ ਦੀ ਲੱਕੜ ਅਤੇ ਸੋਨਾ ਹੀ ਇਸ ਵਿੱਚ ਇਸਤੇਮਾਲ ਕੀਤਾ ਹੈ। ਇਹ ਸੰਦੂਕ ਦੇ ਵਿੱਚ ਕਿਹੜੀ ਲੱਕੜ ਲਾਈ ਗਈ ਆ? ਕਿੱਕਰ ਦੀ ਲੱਕੜ ਤੇ ਸੋਨਾ, ਹਨਾ। ਕਿੱਕਰ ਦੀ ਲੱਕੜ ਦੀ ਜਿੱਧਰ ਨੂੰ ਵੀ ਉਹ ਲੱਗੀ ਹੋਈ ਆ ਉਹਨੂੰ ਆਸੇ ਪਾਸੇ ਕਾਹਦੇ ਨਾਲ ਮੜਿਆ ਪਿਆ ਆ? ਸੋਨੇ ਨਾਲ। ਸੰਦੂਕ ਨੂੰ, ਖਾਸ ਕਰ ਸੰਦੂਕ ਦੇ ਹਿੱਸੇ ਨੂੰ ਆੜਾ ਉੱਪਰ ਢੱਕਣ ਪਿਆ ਆ, ਇਹ ਸਾਰੇ ਦਾ ਸਾਰਾ ਕੀ ਆ? ਸੋਨੇ ਦਾ ਹੀ ਆ, ਟੋਟਲ ਸੋਨਾ। ਬਾਕੀ ਜਿੰਨੀ ਬੋਡੀ ਥਰੜੀ ਆ ਉਹ ਕਹਿੰਦੀ ਆ ਉਹਦੇ ਚ ਸੋਨਾ ਆ, ਕਿੱਕਰ ਦੀ ਲੱਕੜ ਆ। ਸਿਰਫ ਕਿੱਕਰ ਦੀ ਲੱਕੜ ਅਤੇ ਸੋਨਾ ਹੀ ਇਸ ਵਿੱਚ ਇਸਤੇਮਾਲ ਕੀਤਾ ਹੈ, ਜੋ ਯਿਸੂ ਦੇ ਪੂਰੇ ਮਨੁੱਖਤਵ ਅਤੇ ਪੂਰੇ ਈਸ਼ਵਰਤਵ ਨੂੰ ਦਿਖਾਉਂਦੇ ਹਨ। ਇਹ ਲੱਕੜ ਤੇ ਸੋਨਾ ਕਿਹੜੀ ਚੀਜ਼ ਨੂੰ ਦਿਖਾਉਂਦੇ ਆ? ਕਿੱਕਰ ਦੀ ਲੱਕੜ ਤੇ ਸੋਨਾ ਯਿਸੂ ਦੇ ਮਨੁੱਖਤਵ ਨੂੰ, ਤੇ ਸੋਨਾ ਕਿਹਨੂੰ ਦਿਖਾਉਂਦੇ ਆ? ਯਾਨੀ ਕਿ ਇੱਕ ਇਨਸਾਨ ਦੇ ਸੁਭਾਅ ਨੂੰ ਦਿਖਾਉਂਦਾ ਆ, ਮਨੁੱਖੀ ਸੁਭਾਅ ਨੂੰ। ਇੱਕ ਕਿਹੜਾ ਸੁਭਾਅ ਦਿਖਾਉਂਦਾ? ਜਿਹੜਾ ਸੋਨਾ ਆ ਉਹ ਈਸ਼ਵਰੀ ਰੱਬੀ ਸੁਭਾਅ ਨੂੰ ਦਿਖਾਉਂਦਾ ਆ। ਜਿਹੜਾ ਸੰਦੂਕ ਆ ਇਹਦੇ ਚ ਆਪਾਂ ਕੀ ਸਿੱਖਦੇ ਆ? ਇਹਦੀ ਜਿਹੜੀ ਬੋਡੀ ਬਣੀ ਆ ਜਿਹਦੇ ਚ ਲੱਕੜ ਤੇ ਸੋਨਾ ਵਰਤਿਆ ਗਿਆ, ਥੱਲੇ ਇਸੇ ਚੋਂ ਕਿਹਨੂੰ ਦਿਖਾਉਂਦਾ ਆ? ਯਿਸੂ ਮਸੀਹ ਵਿੱਚ ਕਿਹੜਾ ਸੁਭਾਅ ਆ? ਮਨੁੱਖੀ ਈਸ਼ਵਰਤਵ ਪੂਰਾ ਪਾਇਆ ਗਿਆ ਉਹਦੇ ਚ ਨਾ। ਸੋ ਜੋ ਦੱਸਦਾ ਹੈ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਖੁਦ ਮਨੁੱਖ ਦਾ ਰੂਪ ਧਾਰਨ ਕੀਤਾ ਹੈ। ਅੱਗੇ ਇਹ ਸੰਦੂਕ ਕੀ ਦੱਸ ਰਿਹਾ ਭਲਾ? ਇਹਦੇ ਵਿੱਚ ਲੱਗੀ ਲੱਕੜ ਕੀ ਦੱਸ ਰਹੀ ਆ? ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਖੁਦ ਮਨੁੱਖ ਦਾ ਰੂਪ ਕੀ ਕੀਤਾ ਹੈ ਭਲਾ? ਧਾਰਨ ਕੀਤਾ। ਕਿਸੇ ਹੋਰ ਨੂੰ ਨਹੀਂ ਭੇਜਿਆ, ਕਿਸੇ ਅਵਤਾਰ ਨੂੰ ਨਹੀਂ, ਜਿੱਦਾਂ ਦੁਨੀਆ ਮੰਨਦੀ ਵੀ ਫਲਾਣਾ ਅਵਤਾਰ ਹੋ ਗਿਆ, ਫਲਾਣਾ। ਯਿਸੂ ਕਿਸੇ ਦਾ ਅਵਤਾਰ ਹੋਇਆ ਨਹੀਂ। ਸੋ ਖੁਦ ਹੀ ਕੀ ਆਇਆ ਆ? ਮਨੁੱਖ ਦਾ ਰੂਪ ਧਾਰ ਕੇ ਆਇਆ। ਜ਼ਬੂਰ 40 ਉਹਦੀ 8 ਐਤ ਵੀ ਪੜ੍ਹ ਲੈਣੇ ਆਪਾਂ। ਜ਼ਬੂਰਾਂ ਦੇ ਉੱਥੇ 40 ਜ਼ਬੂਰ ਉਹਦੀ 8 ਹੈ। ਭਾਈ ਤੇਰੀ ਇੱਛਾ ਨੂੰ ਪੂਰੀਆਂ ਕਰਨ ਵਿੱਚ हे ਮੇਰੇ ਪਰਮੇਸ਼ਵਰ ਮੈਂ ਪ੍ਰਸੰਨ ਹਾਂ। ਤੇਰੀ ਇੱਛਾ ਨੂੰ ਪੂਰਾ ਕਰਨ ਵਿੱਚ हे ਮੇਰੇ ਪਰਮੇਸ਼ਵਰ ਮੈਂ ਕੀ ਆ ਭਲਾ? ਪ੍ਰਸੰਨ ਹਾਂ। ਪ੍ਰਸੰਨ ਆ। ਅਤੇ ਤੇਰੀ ਵਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ। ਹਾਂ, ਤੇਰੀ ਅਵਸਥਾ ਮੇਰੇ ਹਿਰਦੇ ਦੇ ਅੰਦਰ ਆ। ਹਾਲੇਲੂਇਆ। ਹਾਂਜੀ, ਥੋੜਾ ਜਿਹਾ ਅਨੁਵਾਦ ਦੇ ਵਿੱਚ ਫਰਕ ਆ। ਹਿੰਦੀ ਚ ਲਿਖਿਆ ਅਨੰਤ ਕਰਨ ਦੇ ਵਿੱਚ ਆ, ਹਾਂ। ਰਿਤੇ ਮਨ, ਰਿਤੇ ਦਾ ਮਨ, ਠੀਕ ਹੈ ਨਾ? ਮਨ, ਮਾਈਂਡ, ਹਨਾ? ਮਨ, ਮਾਈਂਡ, ਹਾਰਟ ਨਹੀਂ। ਹਾਰਟ ਜਿਹੜਾ ਉਹ ਤੁਹਾਨੂੰ ਦੱਸਿਆ ਪਹਿਲਾਂ ਵੀ ਉਹ ਦਿਲ ਦੇ ਵਿੱਚ, ਦਿਲ ਦੇ ਪੰਪ ਦਿੰਦਾ ਹੈ ਲਹੂ ਨੂੰ, ਠੀਕ ਹੈ ਨਾ? ਉਹਦੇ ਵਿੱਚ ਕੋਈ ਸਿਸਟਮ ਨਹੀਂ ਗਾ, ਮਨ ਦੇ ਵਿੱਚ ਆ ਸਾਰੇ ਸਿਸਟਮ। ਜਿਹੜਾ ਸਾਨੂੰ ਕਮਾਂਡ ਹੋਣੀ ਆ ਕਿੱਥੋਂ ਹੋਣੀ ਆ? ਮਨ ਤੋਂ ਹੋਣੀ। ਦਿਲ ਨੇ ਸਿਰਫ ਸਾਡੇ ਸਰਕਲ ਨੂੰ ਲਹੂ ਦੇ ਨੂੰ ਕਰਨਾ ਆ, ਚਾਲੂ ਰੱਖਣਾ ਆ, ਠੀਕ ਹੈ ਨਾ? ਪੰਪ ਕਰਨਾ। ਸੋ ਆ ਜਾਓ, ਇਹ ਅੰਤਕਰਨ ਆ ਨਾ, ਠੀਕ ਹੈ? ਅੰਤਕਰਨ, ਅੰਤਕਰਨ ਜਿਹੜਾ ਸਾਡਾ ਆ, ਸਾਡੇ ਕੋਲ ਸਰੀਰ ਆ, ਪ੍ਰਾਣ ਆ ਤੇ ਆਤਮਾ ਆ। ਅੰਤਕਰਨ ਕਿਹਦਾ ਹਿੱਸਾ ਆ? ਆਤਮਾ ਦਾ ਹਿੱਸਾ। ਸਾਡੀ ਆਤਮਾ ਦੇ ਵਿੱਚ 3 ਕਮਰੇ ਆ, 3 ਆਫਿਸ ਆ, ਹਨਾ? ਸੰਗਤੀ, ਵਿਵੇਕ ਔਰ ਅੰਤਕਰਨ। ਹਾਲੇਲੂਇਆ। ਔਰ ਅੰਤਕਰਨ ਦੇ ਵਿੱਚ ਅਵਸਥਾ ਹੈ। ਇਹਦਾ ਮਤਲਬ ਇੱਥੇ ਅਤੀ ਪਵਿੱਤਰ ਸਥਾਨ ਦੇ ਜਿਹੜਾ ਹੈ ਨਾ, ਸਾਡੇ ਪਵਿੱਤਰ ਸਾਡੀ ਆਤਮਾ ਦਾ ਹਿੱਸਾ ਨਾ, ਸਾਡੀ ਆਤਮਾ ਦੇ ਹਿੱਸੇ ਨੂੰ ਕੀ ਕਿਹਾ ਗਿਆ ਆ? ਅਤੀ ਪਵਿੱਤਰ ਸਥਾਨ। ਸਾਡੇ ਸਰੀਰ ਨੂੰ ਆਂਗਨ, ਪ੍ਰਾਣ ਨੂੰ ਪਵਿੱਤਰ ਸਥਾਨ, ਔਰ ਸਾਡੀ ਆਤਮਾ ਨੂੰ ਕੀ ਕਿਹਾ ਗਿਆ? ਇਹ ਅਤੀ ਪਵਿੱਤਰ ਸਥਾਨ ਹੈ ਨਾ, ਜਿਹਦੇ ਚ ਖੁਦਾ ਦਾ ਸਿਸਟਮ ਨੇ ਵਾਸ ਕਰਨਾ, ਵਿਵਸਥਾ ਨੇ ਵਾਸ ਕਰਨਾ। ਤੇ ਅੰਤਕਰਨ ਦੇ ਵਿੱਚ ਆ ਸਾਡੇ 3 ਆਫਿਸ ਦੇ ਵਿੱਚ ਜਿਹੜਾ ਆ, ਇਹ ਕਿਹਦੇ ਵਿੱਚ ਵਿਵਸਥਾ ਪਈ ਆ ਭਲਾ? ਸੰਗਤੀ, ਵਿਵੇਕ ਔਰ ਅੰਤਕਰਨ। ਅੰਤਕਰਨ ਦੇ ਵਿੱਚ ਪਈ ਹੈ ਅਵਸਥਾ। ਚੀਜ਼ਾਂ ਰੱਖੀਆਂ ਨਾ ਸੰਦੂਕ ਦੇ ਵਿੱਚ,
ਹਾਲੇਲੂਇਆ। ਹਾਲੇਲੂਇਆ। ਸੋ ਇਹ ਜਿਹੜੀਆਂ ਚੀਜ਼ਾਂ ਅੰਤਕਰਨ ਆ, ਅੰਤਕਰਨ ਨਾ, ਸੋ ਅੰਤਕਰਨ ਦੇ ਵਿੱਚ ਜੋ ਇਹ ਚੀਜ਼ ਰੱਖੀ ਆ ਤੇ ਸਾਨੂੰ ਧਿਆਨ ਕਰਨਾ ਕਿੱਥੇ ਖੁਦਾ ਦੀ ਅਵਸਥਾ ਸਾਡੇ ਵਿੱਚ ਰਹਿੰਦੀ ਹੈ। ਹਾਲੇਲੂਇਆ। ਕਿਉਂਕਿ ਜਦੋਂ ਅੰਤਕਰਨ ਦੇ ਨਾਲ ਅਵਸਥਾ ਅੰਤਕਰਨ ਦੇ ਵਿੱਚ ਆਉਂਦੀ ਆ ਤੇ ਸਾਡਾ ਜਿਹੜਾ ਸਿਗਨਲ ਆ ਨਾ ਰੂਹਾਨੀ, ਉਹ ਕੀ ਆਂਦਾ ਆ, ਚਾਲੂ ਹੋ ਜਾਂਦਾ ਤੇ ਵਿਵੇਕ ਫੇਰ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ। ਜਿਹੜਾ ਦੂਸਰੇ ਆਫਿਸ ਵਿੱਚ ਸ਼ੋਰ ਸ਼ਰਾਬਾ ਪੈ ਜਾਂਦਾ, ਉਹ ਕੀ ਕਹਿੰਦਾ ਆ ਠੀਕ ਆ, ਆ ਠੀਕ ਆ, ਆ ਠੀਕ ਆ। ਹਾਲੇਲੂਇਆ। 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 ਪਹਿਲਾਂ ਕਿੰਨੀ ਭਗਤੀ ਕੀਤੀ, ਕੀ ਕੁਛ ਕੀਤਾ ਤੇ ਨਾਲ ਉਹ ਕਹੀ ਜਾਂਦਾ ਵੀ ਇਹ ਠੀਕ ਨਹੀਂ, ਇਹ ਠੀਕ ਨਹੀਂ, ਦੱਸਦਾ ਨਹੀਂ ਕੀ ਠੀਕ ਹੈ। ਕਿਉਂਕਿ ਵਿਵੇਕ ਵਾਲੇ ਹਿੱਸੇ ਨੂੰ ਪਤਾ ਨਹੀਂ ਕੀ ਠੀਕ ਆ, ਪਰ ਅੰਤਕਰਨ ਦਾ ਜਦੋਂ ਸਿਸਟਮ ਚੱਲਦਾ ਆ ਤੇ ਫਿਰ ਇੱਕਦਮ ਰੌਲਾ ਪੈਣਾ ਸ਼ੁਰੂ ਹੋ ਜਾਂਦਾ, ਆਹ ਹੈ ਠੀਕ ਆ। ਹਾਲੇਲੂਇਆ। ਹਾਲੇਲੂਇਆ। ਸੋ ਮੈਂ ਆਪਣੇ ਅੰਤਕਰਨ ਦੇ ਵਿੱਚ ਅਵਸਥਾ ਨੂੰ ਰੱਖੂੰਗਾ ਤੇ ਵਿਵੇਕ ਮੇਰਾ ਰੌਲਾ ਪਾਊਗਾ, ਆਹ ਠੀਕ ਆ, ਇੱਧਰ ਨੂੰ ਚੱਲਣਾ ਪਊਗਾ ਬਈ, ਇੱਧਰ ਨੂੰ ਚੱਲਿਓ ਬਗੈਰ ਮੈਂ ਰਹਿ ਸਕਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਠੀਕ ਹੈ ਜੀ, ਆ ਜਾਓ। ਹਾਂ, ਤੇਰੀ ਅਵਸਥਾ ਮੇਰੇ ਅੰਤਕਰਨ ਵਿੱਚ ਬਸੀ ਹੈ, ਮਤਲਬ ਵਚਨ ਮੇਰੀ ਆਤਮਾ ਦੇ ਹਿੱਸੇ ਤੱਕ ਹੈ। ਵਚਨ ਦਾ ਵਾਸ ਕਿੱਥੇ ਹੋਣਾ ਆ? ਆਤਮਾ ਦੇ ਹਿੱਸੇ ਵਿੱਚ ਹੋਣਾ। ਠੀਕ ਹੈ ਜੀ। ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਕਿ ਤੇਰਾ ਪਾਪ ਨਾ ਕਰਾਂ। ਇਹੀ ਜਿਹੜਾ ਵਚਨ ਆ, ਇਹਦਾ ਅਗਲਾ ਰੂਪ, ਜਲਾਲੀ ਰੂਪ ਕਿੱਥੇ ਪਿਆ ਹੈ ਭਲਾ? ਅੰਤਕਰਨ ਦੇ ਵਿੱਚ। ਅੰਤਕਰਨ ਦੇ ਵਿੱਚ ਜਦੋਂ ਅਵਸਥਾ ਉਜਾਗਰ ਹੁੰਦੀ ਆ ਨਾ, ਉਦੋਂ ਹੀ ਅਸੀਂ ਪਾਪ ਤੋਂ ਜ਼ਿਆਦਾ ਦੁਖੀ ਹੋਣਾ ਸ਼ੁਰੂ ਹੋ ਜਾਂਦੇ ਹਾਂ। ਪਾਪ ਦੇ ਸੁਭਾਅ ਤੋਂ, ਸੰਸਾਰ ਦੀਆਂ ਗੱਲਾਂ ਤੋਂ, ਸੰਸਾਰ ਦੇ ਰੀਤੀ ਰਿਵਾਜਾਂ ਤੋਂ। ਨਹੀਂ ਤਾਂ ਅੱਜ ਕਲੀਸਿਆਵਾਂ ਕਿੱਥੇ ਫਸੀਆਂ ਪਈਆਂ? ਸੰਸਾਰ ਦੀ ਰੀਤ ਰਿਵਾਜਾਂ ਦੇ ਵਿੱਚ। ਪਾਦਰੀ ਵੀ ਕਿੱਥੇ ਫਸੇ ਪਏ ਆ? ਸੰਸਾਰ ਦੀ ਰੀਤ ਰਿਵਾਜਾਂ ਦੇ ਵਿੱਚ। ਕਿਉਂਕਿ ਵਚਨ ਨੂੰ ਕਿੱਥੇ ਰੋਕ ਕੇ ਰੱਖ ਲਿਆ ਆ? ਪਵਿੱਤਰ ਸਥਾਨ 'ਚ, ਯਾਨੀ ਕਿ ਆਪਣੇ ਪ੍ਰਾਣ ਦੇ ਵਿੱਚ ਹੀ ਰੋਕ ਕੇ ਰੱਖ ਲਿਆ ਪਿਆ ਹੈ। ਇਹਨੇ ਕਿੱਥੋਂ ਤੱਕ ਜਾਣਾ ਸੀਗਾ? ਆਤਮਾ ਤੱਕ ਜਾਣਾ ਸੀ। ਹਾਲੇਲੂਇਆ। ਆ ਜਾਓ। ਹਾਂ, ਤੇਰੀ ਅਵਸਥਾ ਮੇਰੇ ਅੰਤਕਰਨ ਵਿੱਚ ਬਸੀ ਹੈ। ਇਹਦਾ ਮਤਲਬ ਵਚਨ ਮੇਰੀ ਆਤਮਾ ਦੇ ਹਿੱਸੇ ਤੱਕ ਹੈ। ਆਹ ਚੀਜ਼ਾਂ ਦਾ ਤੁਹਾਨੂੰ ਉਂਗਲੀ ਤੇ ਗਿਣ ਲੈਣੀਆਂ ਚਾਹੀਦੀਆਂ ਆ। ਕਮ ਸੇ ਕਮ ਤੁਹਾਨੂੰ ਇਹ ਪਤਾ ਹੋ ਜਾਣਾ ਚਾਹੀਦਾ ਤੁਹਾਨੂੰ ਕਿ ਸਾਡਾ ਸਰੀਰ ਹੈ, ਇਹਦੇ ਵਿੱਚ 5 ਇੰਦਰੀਆਂ, ਸਾਡਾ ਪ੍ਰਾਣ ਹੈ, ਉਹਦੇ ਤਿੰਨ ਹਿੱਸੇ ਆ, ਹੈਨਾ। ਪ੍ਰਾਣ ਦੇ ਵਿੱਚ ਕੀ ਕੁਛ ਆ? ਬੁੱਧੀ, ਭਾਵਨਾ ਔਰ ਫਿਰ ਸਾਡੀ ਆਤਮਾ ਵਿੱਚ ਕੀ ਆ? ਸੰਗਤੀ, ਵਿਵੇਕ ਔਰ ਅੰਤਰਗਿਆਨ, ਹੈਨਾ। ਸੰਗਤੀਆਂ, ਵਿਵੇਕਿਆ ਔਰ ਅੰਤਰਗਿਆਨ, ਹੈਨਾ। ਸੋ ਇਸ ਲਈ ਇਹ ਚੀਜ਼ਾਂ ਨੂੰ ਯਾਦ ਰੱਖਣਾ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ। ਹਾਂ, ਅੱਗੇ ਆ ਜਾਓ। ਨੰਬਰ 1, 613 ਨਿਯਮ ਇਹ ਦੱਸਦੇ ਹਨ, ਕਿਉਂਕਿ 10 ਹੁਕਮਾਂ ਨੂੰ ਅੱਜ ਜ਼ਿਆਦਾਤਰ ਕਲੀਸਿਆਵਾਂ ਜਾਣਦੀਆਂ ਹੈ, ਹਨਾ। ਪਰ ਜਿਹੜੇ ਇਹਦੇ ਵਿੱਚ ਨਿਯਮ ਪਾਏ ਗਏ ਆ ਉਹ ਕਿੰਨੇ ਆ? 613। 613 ਨਿਯਮ ਇਹ ਦੱਸਦੇ ਹਨ ਕਿ ਪਰਮੇਸ਼ਰ ਨੇ ਇਜ਼ਰਾਈਲ ਨੂੰ ਹਰ ਚੀਜ਼ ਲਈ ਨਿਯਮ ਦਿੱਤੇ ਹਨ। ਧਿਆਨ ਨਾਲ ਸੁਣਿਓ ਜਰਾ। 613 ਨਿਯਮ ਕੀ ਦੱਸਦੇ ਆ? ਕਿ ਇਜ਼ਰਾਈਲ ਨੂੰ ਪਰਮੇਸ਼ਰ ਨੇ ਹਰ ਗੱਲ ਲਈ ਕੀ ਦਿੱਤੇ ਆ? ਨਿਯਮ ਦਿੱਤੇ ਆ। ਨਿਯਮ ਤੋਂ ਬਗੈਰ ਕੁਝ ਵੀ ਹੋਣਾ ਨਹੀਂ। ਹਾਲੇਲੂਇਆ। ਸੋ ਮਿਸਾਲ ਦੀ ਤੌਰ ਤੇ ਆਪਾਂ ਬੰਦਗੀ ਚ ਆ ਕੇ ਬਹਿਨੇ ਨਾ, ਚੌਂਕੜੀ ਮਾਰ ਕੇ ਬਹਿਨੇ ਆ, ਠੀਕ ਆ, ਲੱਤਾਂ ਖਿਲਾਰ ਕੇ ਨਹੀਂ ਬਹਿੰਦੇ, ਹਨਾ। ਸੋ ਇਹਦਾ ਮਤਲਬ ਹੈ ਚੌਂਕੜੀ ਮਾਰ ਕੇ ਵੀ ਬਹਿਣਾ ਆ ਤੇ ਜਿਹੜਾ ਅੱਗੇ ਬੈਠਾ ਹੈ ਪਿਛਲੇ ਨੇ ਉਹਨੂੰ ਕੀ ਕਰਨਾ ਆ? ਫੋਲੋ ਕਰਨਾ। ਪਿੱਛੇ ਨੂੰ ਉਹਨੇ ਆਪਣੇ ਆਪ ਨੂੰ ਕਿੱਦਾਂ ਕਰਨਾ? ਉਹਦੇ ਪੂਰਾ ਲਾਈਨ ਦੇ ਵਿੱਚ। ਹਾਲੇਲੂਇਆ। ਤੁਸੀਂ ਮੱਕਾ ਮਦੀਨਾ ਦੇ ਵਿੱਚ ਦੇਖ ਲਓ ਕਿਦਾਂ ਉਹਨਾਂ ਦੀ ਰਾਉਂਡ ਹੁੰਦਾ ਆਸੇ ਪਾਸੇ, ਰੱਤੀ ਭਰ ਵੀ ਇਧਰ ਉਧਰ ਹੁੰਦਾ, ਗੋਲ ਕਤਾਰਾ ਐਸਾ ਹੁੰਦਾ, ਇੱਕ ਗੋਲ ਕਤਾਰਾ ਫਿਰ ਉਹਦੇ ਉੱਤੇ ਕਰਦੇ ਕਰਦੇ ਕਿੰਨੇ ਲੱਖਾਂ ਲੋਕ ਦਿੰਦੇ ਆ, ਸਾਰੇ ਡਿਸਿਪਲਿਨ ਦੇ ਵਿੱਚ। ਹਾਲੇਲੂਇਆ। ਸੋ ਕਈ ਥਾਵਾਂ ਤੇ ਦੂਸਰੀਆਂ ਦੁਨੀਆ ਦੇ ਦੂਸਰੀਆਂ ਕਈ ਵਾਰੀ ਭਗਤੀ ਦੇ ਰੰਗ ਢੰਗ ਸਾਨੂੰ ਨਿਯਮ ਸਿਖਾਉਂਦੇ। ਕਿੰਨਾ ਜ਼ਬਰਦਸਤ ਨਿਯਮ। ਹੁਣ ਕੱਲ ਨੂੰ ਹੈਗੀ ਛਠ ਪੂਜਾ ਤੇ ਭੈਣਾਂ ਨੇ ਕਿੱਥੇ ਖੜੀਆਂ ਹੋਣਾ ਆ? ਪਾਣੀ ਵਿੱਚ। ਤੇ ਹੁਣ ਮੌਸਮ ਕਿਹੜਾ ਆ? ਤੇ ਪਾਣੀ ਉਸ ਟਾਈਮ ਕਿੱਦਾਂ ਦਾ ਹੋਣਾ ਆ? ਕਿੰਨਾ ਟਾਈਮ ਖੜੇ ਹੋਣਾ ਆ? ਨਹੀਂ ਸ਼ਾਮ ਨੂੰ।
ਚਲੋ ਚਲੋ ਕੋਈ ਗੱਲ ਨਹੀਂ, ਉਸ ਪੰਗੇ 'ਚ ਨਾ ਪਾਓ। ਕਹਿ ਤਾਂ ਮਤਲਬ ਤੁਸੀਂ ਦੱਸੋ। ਹੈਲੋ, ਕਿੰਨਾ ਟਾਈਮ ਖੜੇ ਹੁੰਦੇ? ਇਹ ਨਹੀਂ ਕਰਦੇ। ਚਲੋ ਕੋਈ ਗੱਲ ਨਹੀਂ, ਇਹ ਕੱਲ ਨੂੰ ਹੀ ਤੁਹਾਨੂੰ ਕਲੀਅਰ ਕਰ ਦਵਾਂਗੇ ਕਿ ਘੰਟਿਆਂ ਦੇ ਹਿਸਾਬ ਨਾਲ ਖੜੇ ਹੁੰਦੇ ਆ। ਘੰਟਾ ਮਤਲਬ ਤੇ ਉਹ ਜਿੰਨਾ ਹਿੱਸਾ ਉਹਨਾਂ ਦਾ ਪਾਣੀ ਚ ਹੁੰਦਾ ਆ, ਉਹ ਵਿਚਾਰਾ ਸੁੰਨ ਹੋ ਜਾਂਦਾ ਹੋਣਾ। ਪਰ ਉਹ ਜਿਹੜਾ ਉਹਨਾਂ ਦਾ ਨਿਯਮ ਆ, ਜਿੰਨੇ ਟਾਈਮ ਖੜੇ ਹੋਣਾ ਆ ਉਨੇ ਟਾਈਮ ਉਹਨਾਂ ਨੇ ਖੜੇ ਹੋਣਾ ਆ। ਸਮਝਦੇ? ਸੋ ਇਹ ਜੇ ਦੁਨੀਆ ਦੇ ਵਿੱਚ ਯਾਨੀ ਕਿ ਜਿਹਨਾਂ ਨੂੰ ਰੱਬ ਦੀ ਪਹਿਚਾਣ ਵੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹਨਾਂ ਨੇ ਵੀ ਕੀ ਰੱਖੇ? ਉਹ ਕੁਛ ਨਿਯਮ ਆ। ਤੇ ਸਾਨੂੰ ਤਾਂ ਉਹ ਨਿਯਮਾਂ ਵਾਲੇ ਪਰਮੇਸ਼ਰ ਦੀ ਕੀ ਹੋ ਗਈ ਆ? ਜਾਣਕਾਰੀ ਹੋ ਗਈ। ਤੇ ਫਿਰ ਜੇ ਮੈਂ ਨਿਯਮ 'ਚ ਨਹੀਂ ਰਵਾਂ ਤੇ ਫਿਰ ਮੈਂ ਫੋਕਾ ਹੀ ਕਹਿੰਦਾ ਰਹਿਣਾ ਮੈਂ ਰੱਬ ਨੂੰ ਮੰਨਦਾ ਆ, ਪਰ ਮੇਰੇ ਵਿੱਚ ਉਹਦਾ ਨਿਯਮ ਪਾਇਆ ਜਾਂਦਾ ਨਹੀਂ। ਜਿੱਥੇ ਵੀ ਅਸੀਂ ਆਰਾਧਨਾ ਦੇ ਦੂਤ ਦੇਖਾਂਗੇ ਉੱਥੇ ਵੀ ਸਾਰਾ ਡਿਸਪਲਿਨ ਸੇ ਰਿਹਾ, ਸਾਰਾ ਕੁਝ ਜਿੱਥੇ ਜਿੱਥੇ ਜੋ ਕੁਝ ਵੀ ਆ, ਜੋ ਜ਼ਮੀਨ ਆਸਮਾਨ ਬਣਾਏ ਸਾਰੇ ਕੀ ਆ? ਸਿਸਟਮ ਦੇ ਵਿੱਚ ਆ। ਠੀਕ ਹੈ ਨਾ? ਕੋਈ ਅੱਗਾ ਪਿੱਛਾ ਹੈਗਾ ਨਹੀਂ। ਕਿੰਨੀਆਂ ਲੱਖਾਂ ਕਿਲੋਮੀਟਰ ਦੀਆਂ ਸਪੀਡਾਂ ਆ, ਫਿਰ ਵੀ ਉਹ ਕੋਈ ਆਪਸ ਵਿੱਚ ਟਕਰਾਉਂਦੇ ਨਹੀਂ। ਜਿਹੜਾ ਵੇ ਉਹਨਾਂ ਨੂੰ ਦਿੱਤਾ ਪਿਆ ਉਹਦੇ ਤੇ ਹੀ ਉਹ ਘੁੰਮੀ ਜਾਂਦੇ ਆ। ਹਾਲੇਲੂਇਆ, ਹਾਲੇਲੂਇਆ। ਤੇ ਮੈਂ ਕਹਿੰਦਾ ਇਦਾਂ ਪ੍ਰਭੂ ਆਪਾਂ ਨੂੰ ਘੁਮਾ ਦਿੰਦਾ, ਧਰਤੀ ਤੇ ਆਪਣੇ ਪੈਰ ਨਾਲ ਲੱਗਣ ਤਾਂ ਨੂੰ ਚੱਕ ਦਿੰਦਾ, ਹਨਾ? ਤਾਂ ਨੂੰ ਚੱਕ ਕੇ ਸਾਨੂੰ ਸਾਰਿਆਂ ਦਾ ਘੁੰਮਣ ਤੇ ਲਾ ਦਿੰਦਾ। ਹਾਲੇਲੂਇਆ। ਤੇ ਘੁੰਮਣ ਦੀ ਸਪੀਡ ਵੀ ਹੁੰਦੀ 2-2500 ਕਿਲੋਮੀਟਰ ਪ੍ਰਤੀ ਘੰਟਾ। ਹਾਲੇਲੂਇਆ। ਤੇ ਮੂੰਹ ਦੇ ਆ ਜਿਹੜੇ ਵੱਟ ਵੀ ਹਵਾ ਨਾਲ ਕਿਉਂ ਹੋਣੇ ਸੀਗੇ, ਹਨਾ? ਇਹ ਵੀ ਹੋਰ ਤਰ੍ਹਾਂ ਹੋ ਜਾਣੇ। ਹਾਲੇਲੂਇਆ। ਨਾ ਖਾਣ ਨੂੰ ਦਿੰਦਾ, ਨਾ ਪੀਣ ਨੂੰ ਦਿੰਦਾ, ਬਸ ਘੁੰਮੀ ਚਲੋ। ਕੀ ਹਾਲ ਹੁੰਦਾ? ਲੇਕਿਨ ਪਰਮੇਸ਼ਰ ਨੇ ਆਪਣਾ ਸਰੂਪ ਬਣਾ ਕੇ ਇਕੱਲਾ ਘੁੰਮਣ ਲਈ ਰੱਖਿਆ ਨਹੀਂ। ਇਹ ਜਿਹੜੇ ਘੁੰਮਦੇ ਆ, ਇਹਨਾਂ ਦੀਆਂ ਗਤੀਆਂ ਨੂੰ ਸਮਝਣ ਦੇ ਲਈ ਖੁਦਾ ਨੇ ਸਾਨੂੰ ਬਣਾਇਆ। ਯਾਨੀ ਕਿ ਜੋ ਵੀ ਉਹਦੀ ਯੋਜਨਾ, ਜੋ ਵੀ ਉਹਦੇ ਪਲਾਨ ਹੈ, ਉਹਨਾਂ ਨੂੰ ਸਮਝਣ ਲਈ ਸਾਨੂੰ ਬਣਾਇਆ, ਰਚਿਆ। ਇਸ ਲਈ ਅਸੀਂ ਕਹਿੰਦੇ ਆ ਕਿ ਅਸੀਂ ਖੁਦਾ ਨੂੰ ਸਮਝ ਰਹੇ ਆ ਤੇ ਅਸੀਂ ਹਰ ਗੱਲ ਦੇ ਵਿੱਚ ਕੀ ਕਰਨਾ ਆ? ਨਿਯਮ ਬਣਾ ਕੇ ਰੱਖਦੇ। ਹਾਲੇਲੂਇਆ। ਇਹ ਪੁਰਾਣੇ ਸਰੀਰਕ ਲੋਕਾਂ ਨੂੰ 613 ਨਿਯਮ ਦਿੱਤੇ ਆ। ਤੇ ਇਹਦਾ ਮਤਲਬ ਜਿੰਨੀਆਂ ਵੀ ਗੱਲਾਂ ਉਹਨਾਂ ਦੇ ਜੀਵਨ 'ਚ ਆਉਣੀਆਂ ਆ, ਖਾਣੇ ਖਾਣ ਤੋਂ ਲੈ ਕੇ, ਨਹਾਉਣ ਧੋਣ ਤੋਂ ਲੈ ਕੇ, ਬਹਿਣ ਉੱਠਣ ਤੋਂ ਲੈ ਕੇ, ਜੌਬ ਕਰਨ ਤੋਂ ਲੈ ਕੇ, ਜੋ ਕੁਝ ਵੀ ਹੁੰਦਾ, ਉਹ ਸਾਰੀਆਂ ਚੀਜ਼ਾਂ ਕੀ ਹੋਣੀਆਂ? ਉਹਨਾਂ ਨੇ ਸਿਸਟਮ ਸਿਰ ਕਰਨੀਆਂ। ਹਾਲੇਲੂਇਆ, ਹਾਲੇਲੂਇਆ। ਉੱਥੇ ਅਸੀਂ ਦੇਖੇ ਯਹੂਦੀਆਂ ਨੇ ਇੱਕ ਗੱਲ ਹੈ ਵੀ ਤੂੰ ਆਪਣੇ ਸਿੱਧੇ ਨੱਕ ਦੀ ਸੇਧ ਨੂੰ ਕੀ ਕਰਨਾ ਹੈ? ਜਾਣਾ। ਮੇਰਾ ਖਿਆਲ ਬਾਦਲ ਨੇ ਵੀ ਦੇਖੇ ਹੋਏ ਨਿਊਯਾਰਕ ਦੇ ਵਿੱਚ ਨਾ, ਯਹੂਦੀਆਂ ਦਾ ਜਿਹੜਾ ਏਰੀਆ, ਉੱਥੇ ਯਹੂਦੀ ਜਿਹੜਾ ਤੁਰੂਗਾ ਨਾ, ਉਹ ਚਾਹੇ ਬਾਜ਼ਾਰ 'ਚ ਵੀ ਹੋਗਾ, ਨੱਕ ਦੀ ਸੇਧ ਨੂੰ ਉਹ ਨਹੀਂ ਇੱਧਰ ਉੱਧਰ ਦੇਖੂਗਾ, ਉਹ ਕਿੰਨਾ ਵਧੀਆ ਬੁੱਤ, ਉਹ ਫਲਾਣੇ ਕਿੰਨੇ ਵਧੀਆ ਸੂਟ। ਉਹਨੇ ਕੀ ਕਰਨਾ? ਆਪਣੀ ਸੇਧ ਨੂੰ ਤੁਰੇ ਜਾਣਾ। ਇਹ ਮਤਲਬ ਕਿ ਉਹਨੇ ਆਪਣੀ ਅੱਖਾਂ ਨਾਲ ਵੀ ਕੀ ਬੰਨ ਲਿਆ ਪਿਆ? ਨੇਮ ਬੰਨਿਆ ਪਿਆ ਆ। ਕਿਉਂਕਿ ਅੱਖਾਂ ਆਪਣੀਆਂ ਫਿਰਦੀਆਂ ਤੁਰਦੀਆਂ ਰਹਿੰਦੀਆਂ ਤੇ ਆਸੇ ਪਾਸੇ ਦਾ ਗੰਦ ਇਕੱਠਾ ਕਰਦੀਆਂ ਰਹਿੰਦੀਆਂ, ਅਭਿਲਾਸ਼ਾਵਾਂ ਜਾਗਦੀਆਂ ਰਹਿੰਦੀਆਂ ਆ। ਫਿਰ ਕਹਿੰਦੀਆਂ ਕੇਸ਼ੇ ਦੇ ਪਾਪਾ ਆਹ ਸੂਟ ਲੈਣਾ ਹੀ ਲੈਣਾ। ਤੇ ਹੁਣ ਸੂਟ ਵੱਲ ਨਜ਼ਰ ਨਾ ਜਾਊਗੀ ਤਾਂ ਕੇਸ਼ੇ ਦੇ ਪਾਪਾ ਵੀ ਵਿਚਾਰਾ ਚੈਨ ਨਾਲ ਜੀਊਗਾ। ਹਾਲੇਲੂਇਆ, ਹਾਲੇਲੂਇਆ। ਸੋ ਇਹ ਸਾਰੀਆਂ ਚੀਜ਼ਾਂ ਕੀ ਨਿਯਮ ਸਿਰ, ਜਿੰਨਾ ਵੀ ਨਿਯਮ ਹੋਊਗਾ, ਨਿਯਮ ਦੇ ਵਿੱਚ ਰਵਾਂਗੇ ਤੇ ਸਮਝ ਲਓ ਖੁਦਾ ਸਾਨੂੰ ਹੋਰ ਬਰਕਤ ਦੇਊਗਾ। ਹਾਲੇਲੂਇਆ। 613 ਨਿਯਮ ਇਹ ਦੱਸਦੇ ਹਨ ਕਿ ਪਰਮੇਸ਼ਰ ਨੇ ਇਜ਼ਰਾਈਲ ਨੂੰ ਹਰ ਚੀਜ਼ ਲਈ ਜਾਂ ਹਰ ਕੰਮ ਲਈ ਨਿਯਮ ਦਿੱਤੇ ਹਨ। ਘਰ ਦੇ ਬਨੇਰੇ ਤੱਕ ਕਿਹਾ ਹੈ, ਜਿਹੜਾ ਘਰ ਦਾ ਬਨੇਰਾ ਸੀਗਾ ਨਾ, ਘਰ ਬਣਾਉਣਾ ਆ ਤੇ ਉੱਤੇ ਬਨੇਰਾ ਜ਼ਰੂਰ ਬਣਾਉਣਾ, ਤਾਂ ਕਿ ਕੋਈ ਬੱਚਾ ਬੁੱਚਾ ਅਚਾਨਕ ਕੀ ਹੋ ਜਾਵੇ, ਪਰ ਉਥੋਂ ਡਿੱਗ ਨਾ ਜਾਵੇ, ਜਾਂ ਕੋਈ ਵੀ ਅਚਾਨਕ ਉਤੋਂ ਕਿਸੇ ਚੱਕਰ ਆਵੇ, ਬਨੇਰੇ ਕੋਲ ਖੜਾ ਹੋਵੇ, ਡਿੱਗ ਨਾ ਪਵੇ। ਹਾਲੇਲੂਇਆ। ਇਹਦਾ ਮਤਲਬ ਇਜ਼ਰਾਈਲ ਦੇ ਵਿੱਚ ਜਿਹੜਾ ਘਰ ਬਣੂਗਾ ਉਹਦਾ ਬਨੇਰਾ ਜ਼ਰੂਰ ਹੋਊਗਾ। ਤੇ ਆਪਣੇ ਜਿਹੜੇ ਘਰ ਬਣਦੇ ਇੱਧਰ, ਉਹ ਕਹਿੰਦੇ ਘਰ ਬਣ ਗਿਆ ਇੰਨਾ ਥੋੜਾ, ਹਨਾ? ਬਨੇਰਾ ਬਣਾਉਣ ਦੀ ਸਾਡੇ ਕੋਲ ਗੁੰਜਾਇਸ਼, ਇੱਕ ਤਾਂ ਜੀ ਗਵਾ ਬੈਂਦੇ ਜਾਂ ਉਹਦਾ ਲੂਲਾ ਪਿੰਗਲਾ ਹੋ ਜਾਂਦਾ, ਕਿਉਂਕਿ ਜਦ ਡਿੱਗਦਾ ਤੇ ਫਿਰ ਢਾਂਚਾ ਸੈੱਟ ਰਹਿੰਦਾ ਨਹੀਂ। ਹਾਲੇਲੂਇਆ। ਸੋ ਖੁਦਾ ਨੇ ਕੀ ਕੀਤਾ? ਨਾਲ ਨਾਲ ਸਾਰੇ ਨਿਯਮ ਦਿੱਤੇ। ਸੋ ਘਰ ਦੇ ਬਨੇਰੇ ਤੱਕ ਕਿਹਾ ਹੈ, ਕੁਝ ਵੀ ਛੱਡਿਆ ਨਹੀਂ। ਅਗਲੀ ਗੱਲ, ਇਸ ਲਈ ਹਰ ਗੱਲ ਪਰਮੇਸ਼ਰ ਦੀ ਇੱਛਾ ਅਨੁਸਾਰ ਕਰਨੀ ਹੈ। ਆਦਤ ਪਾਉਣੀ ਪੈਣੀ ਆਪਾਂ ਨੂੰ
ਜੇ ਪਤਾ ਲੱਗ ਗਿਆ ਸਾਡਾ ਪਰਮੇਸ਼ਰ ਜਿਉਂਦਾ ਆ ਤੇ ਹਰ ਗੱਲ ਉਹਦੇ ਤੋਂ ਪੁੱਛਣ ਦੀ ਆਦਤ ਪਾਓ। ਜਿੱਦਾਂ ਆਪਣੀ ਡੈਡੀ ਤੋਂ ਪੁੱਛਦੀ ਉਦਾਂ ਉਹਨੂੰ ਪੁੱਛੋ। ਤੁਸੀਂ ਪੁੱਛੋਗੇ, ਤੁਹਾਨੂੰ ਆਵਾਜ਼ ਆਵੇ ਨਾ ਆਵੇ, ਤੁਹਾਨੂੰ ਅੱਗੇ ਸੁਝਾਅ ਆਵੇ ਨਾ ਆਵੇ, ਤੁਸੀਂ ਬਰੀ ਹੋਗੇ ਨਾ ਵੀ ਮੈਂ ਪੁੱਛਿਆ ਆ ਮੈਨੂੰ ਜਵਾਬ ਨਹੀਂ ਮਿਲਿਆ। ਹਾਲੇਲੂਇਆ। ਤੇ ਜਦੋਂ ਪੁੱਛਣ ਦੀ ਆਦਤ ਪਾਈ ਰੱਖੋਗੇ ਤੇ ਹੌਲੀ ਹੌਲੀ ਆਵਾਜ਼ ਵੀ ਆਉਣੀ ਸ਼ੁਰੂ ਹੋ ਜਾਣੀ। ਹਾਲੇਲੂਇਆ। ਅਜੇ ਤਾਂ ਆਪਾਂ ਪੁੱਛਦੇ ਆ ਫਾਰਮੈਲਿਟੀ ਐਵੇਂ ਪੁੱਛ ਲੈਂਦੇ ਆ, ਭਾਵੇਂ ਰੱਬ ਤੇ ਭਰੋਸਾ ਹੋਵੇ ਭਾਵੇਂ ਨਾ। ਤੇ ਇੱਕ ਦਿਨ ਪੁੱਛਦੇ ਆਦਤ ਪਈ ਹੋਈ ਤੇ ਫਿਰ ਕਿਹਾ ਪ੍ਰਭੂ ਨੂੰ ਕਹਿਣਾ ਇਹ ਬੰਦਾ ਯਾਰ ਮੇਰੇ ਤੋਂ ਪੁੱਛੇ ਬਗੈਰ ਇਧਰੋਂ ਦੰਦਾ ਨਹੀਂ, ਚਲੋ ਇਹਨੂੰ ਗੱਲ ਕਹਿ ਦਿੰਦੇ। ਹਾਲੇਲੂਇਆ। ਚਲੋ ਹਜੇ ਮੈਨੂੰ ਯਾਨੀ ਕਿ ਮੇਰੀ ਆਵਾਜ਼ ਨੂੰ ਸਹਿ ਨਹੀਂ ਸਕਦਾ, ਇਹਨੂੰ ਸੁਪਨੇ ਦੁਆਰਾ ਗੱਲ ਕਰ ਲੈਂਦੇ ਆ। ਹਾਲੇਲੂਇਆ। ਆ ਥੋੜਾ ਮੈਚੁਰ ਹੈ, ਇਹਨੂੰ ਦਰਸ਼ਨ ਦੇ ਦਿੰਦੇ ਆ। ਹਾਲੇਲੂਇਆ। ਕਿਆ ਹੋਰ ਥੋੜਾ ਪਾਵਰਫੁਲ ਹੋ ਗਿਆ, ਇਹਦੇ ਸਾਹਮਣੇ ਹੂ ਮੈਂ ਖੜਾ ਹੋ ਜਾਣਾ। ਕਿਸੇ को जोत प्रकट कर देता, किसी को दर्शन दे रहे हैं, किसी को सुपने दे रहे हैं, किसी को रूह दे रहे हैं, किसी को दूत दे रहे हैं, तो किसी को विदास दे रहे हैं। हालेलुया। सो कई बार कलीसिया विच कहंदे थे ना तुसी खड़े सीगे सानू तो उत्थे की नजर आया यीशु। कितनी बार इदां होया जदों असीं अभिषेक दी प्रार्थनावां करदे हुंदे सी, बहुत ज़्यादा लंबा प्रार्थना विच समां गुजारदे सी, इदां बहुतिआं नूं की होना नजर आउणा। हालेलुया। ਅਸੀਂ ਨਹੀਂ ਸੀ, ਉਹ ਸਾਡੀ ਥਾਂ ਤੇ ਉਹਨਾਂ ਨੂੰ ਕੀ ਨਜ਼ਰ ਆਇਆ ਨਾ ਪ੍ਰਭੂ ਯਿਸੂ ਨਜ਼ਰ ਆਇਆ। ਕਿਉਂ? ਕਿਉਂਕਿ ਜਿੰਨਾ ਆਪਾਂ ਨਿਯਮਾਂ ਦੇ ਵਿੱਚ ਆਪਣੇ ਆਪ ਨੂੰ ਕਰਦੇ ਜਾਵਾਂਗੇ ਉਹਨਾਂ ਹੀ ਖੁਦਾ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਦਾ ਜਾਊਗਾ। ਇਹਨਾਂ ਦਿਨਾਂ ਵਿੱਚ ਆਪਾਂ ਕਨਫਿਊਜ਼ ਆ। ਅਸੀਂ ਤਾਂ ਪੁੱਛਦੇ ਪਾਸੇ ਕਹਿੰਦੇ ਉਹ ਪਰਚੀ ਪਾ ਕੇ ਵੀ ਪਰਚੀ ਪਾਈ ਉਹ ਵੀ ਗੜਬੜੀ ਨਿਕਲੀ, ਸਾਡੀ ਤਾਂ ਪਰਚੀ ਵੀ ਸੈੱਟ ਬਹਿੰਦੀ ਨਹੀਂ, ਸਾਡਾ ਕੁਛ ਨਹੀਂ। ਇਹਦਾ ਮਤਲਬ ਤੇਰਾ ਕੋਈ ਨਿਯਮ ਅਜੇ ਸੈੱਟ ਹੋਇਆ ਨਹੀਂ। ਨਿਯਮ ਸੈੱਟ ਕਰ ਲਾ ਫੇ ਪਰਚੀਆਂ ਪਾਉਣ ਦੀ ਲੋੜ ਨਹੀਂ। ਤੇਰੇ ਅੰਦਰ ਆਪਣੇ ਆਪ ਹੀ ਗੱਲ ਅਗਵਾਈ ਹੋ ਜਾਣੀ ਵੀ ਆਹ ਗੱਲ ਮੇਰੇ ਲਈ ਠੀਕ ਆ ਕਿ ਨਹੀਂ। ਆ ਜਾਓ। ਸੰਦੂਕ ਦੇ ਅੰਦਰ ਵਿਵਸਥਾ ਪ੍ਰਭੂ ਯਿਸੂ ਬਾਰੇ ਸਾਫ਼ ਦੱਸਦੀ ਹੈ। ਇਸ ਸੰਦੂਕ ਦੇ ਅੰਦਰ ਜਿਹੜੀ ਵਿਵਸਥਾ ਹੈ ਨਾ प्रभु यीशु मसीह के बारे की कर दिया भला साफ दस दी है, यानी कि कोई कुछ ओला रह जाता नहीं। अगली गल मन्ने दे लई मन्ना जिहड़ा सी ना स्वर्ग तो उतरदा, हाँ वो गल मन्ने लई अत पवित्र स्थान विच संदूक के सामने असी भी खड़े हाँ। ਅਸੀਂ ਵੀ ਸੰਦੂਕ ਦੇ ਸਾਹਮਣੇ ਕਾਹਦੇ ਲਈ ਖੜੇ ਆ? ਸਾਨੂੰ ਕੀ ਮਿਲੇ? ਮੰਨਾ ਮਿਲੇ। ਜਾਂ ਅਸੀਂ ਸਾਨੂੰ ਜੋ ਮਿਲ ਰਿਹਾ ਆ ਇਹਨੂੰ ਸਮਝ ਸਕੀਏ ਕਿ ਸਾਡੀ ਰੂਹਾਨੀ ਖੁਰਾਕ ਆ। ਹਾਲੇਲੂਇਆ। ਕਿਉਂਕਿ ਉੱਥੇ ਤੁਹਾਨੂੰ ਦੱਸਿਆ ਇਹਦੇ ਵਿੱਚ ਜਿਹੜਾ ਇੱਕ ਕੁੱਜਾ ਰੱਖਿਆ ਸੀ, ਕੁੱਜੇ ਵਿੱਚ ਉਹ ਜਿਹੜੇ ਦਾਣੇ ਦਿਖਦੇ ਹੁੰਦੇ ਸੀ ਮੋਤੀਆਂ ਵਰਗੇ ਹੁੰਦੇ ਸੀਗੇ, ਤੇ ਉਹਦਾ ਟੇਸਟ ਬੜਾ ਜ਼ਿਆਦਾ। ਲੋਕੀ ਰੇਤ ਦੇ ਉੱਤੇ ਡਿੱਗਦੇ ਸੀ, ਚੁਗ ਲੈਂਦੇ ਸੀ ਉਹਨਾਂ ਨੂੰ। ਰੇਤਾ ਉਹਨਾਂ ਦੇ ਨਾਲ ਰਹਿੰਦੀ ਨਹੀਂ ਸੀ, ਚੁਗ ਲੈਂਦੇ ਸੀ। ਨਿੱਕੇ ਦਾਣੇ ਸੀਗੇ ਧਨੀਏ ਵਰਗੇ। ਗਾਂ ਜਾ ਕੇ ਉਹਨੂੰ ਖੋਲ ਕੇ ਸੁਣਾਗੇ ਤੇ ਉਹਨਾਂ ਇਕੱਠਾ ਕਰ ਲੈਂਦੇ ਸੀ। ਪਰਮੇਸ਼ਰ ਕਹਿੰਦਾ ਸੀ ਤੁਹਾਡੇ ਲਈ ਸਵਰਗ ਤੋਂ ਰੋਟੀ ਬਣਾ ਦਿੱਤੀ ਆ, ਹੁਣ ਕੀ ਕਰੋ ਇਹਨੂੰ ਪਕਾ ਲਿਓ। ਇਹਨੂੰ ਇਕੱਠਾ ਕਰ ਲਓ ਪਹਿਲਾਂ, ਫਿਰ ਪਕਾ ਲਿਓ। ਤੇ ਪੂੜੇ ਵਰਗਾ ਉਹਦਾ ਟੇਸਟ ਹੁੰਦਾ ਸੀ। ਕਿਹਦੇ ਵਰਗਾ? ਪੂੜੇ ਵਰਗਾ ਟੇਸਟ ਹੁੰਦਾ ਸੀ। ਤੇ ਉਹ ਪਕਾ ਕੇ ਉਹਨੂੰ ਖਾ ਲੈਂਦੇ ਸੀਗੇ। ਤੇ ਦੱਸਿਆ ਸੀਗਾ ਵੀ ਆਪਣੇ ਹਿਸਾਬ ਦਾ ਓਨਾ ਹੀ ਖਾਣਾ ਜਿੰਨਾ ਅੱਜ ਚਾਹੀਦਾ। ਜੇਕਰ ਕਿਸੇ ਨੇ ਵਾਧੂ ਕਰ ਲਿਆ ਨਾ ਕੱਲ ਨੂੰ ਵੀ ਆਪਾਂ ਤੋਂ ਇਕੱਠਾ ਕੁੱਟਣਾ ਕਰਨਾ ਅੱਜ ਹੀ ਕਰ ਲੈਣੇ। ਤੇ ਵਾਧੂ ਕਰ ਲਿਆ ਤੇ ਜਿਹੜੇ ਜਿੱਥੇ ਤੁਸੀਂ ਰੱਖੋਗੇ ਉੱਥੇ ਉਹਨੂੰ ਵੀ ਪੈ ਜਾਣੇ ਆ, ਕੀੜੇ ਪੈ ਜਾਣੇ ਆ। नियम से ना पता। हालेलुया हालेलुया। इसलिए आप इतने की करते हैं रोज खाने ना रोज के वास्ते। जे आप ज्यादा इकट्ठा कर लवेंगे तुहानू काहतों ज्यादा लंबा समा नहीं सुना रहे। इतने तो आप 4-5 घंटे बैठ सकते हैं क्योंकि हम जिदा तुहानू सीखने की आदत पै गई है। पर की करना है थोड़ा करके नहीं करते जाना है, सीखते जाना। हालेलुया। हालेलुया। जे गड़बड़ है जब असीं खड़े हाँ उस संदूक दे अगे मन्ने दे वास्ते असीं प्रभु दी हुज़ूरी विच है ना, हुण सानूं रूहानी खुराक मिले ताकि मैं रूहानी तौर पर खुदा दी इच्छा नूं पूरा करा। ते उहदे लिए लिख लो जे गड़बड़ है तां अकान वांग होवेगी। जदों असीं खड़े हैं मन्ने दे लई स्वर्गी खाने लिए इस संदूक के सामने रूहानी तौर पर
ਤੇ ਜੇ ਅਸੀਂ ਗੜਬੜ ਨੂੰ ਆਪਣੀ ਨੂੰ ਦੂਰ ਨਹੀਂ ਕਰਾਂਗੇ ਤੇ ਕਿਹਦੇ ਵਾਂਗ ਹੋਊਗੀ? ਅਕਾਨ ਵਾਂਗੂ। ਅਕਾਨ ਦਾ ਪਤਾ ਨਾ ਕੀ ਹਾਲ ਹੋਇਆ ਸੀਗਾ, ਹੈਨਾ। ਸੋ ਇਸੇ ਪ੍ਰਕਾਰ ਫਿਰ ਅਕਾਨ ਦੇ ਉੱਤੇ ਕੀ ਪੈ ਗਿਆ ਸੀ? ਖੁਦਾ ਦਾ ਕਹਿਰ ਆ ਗਿਆ ਸੀ। ਪਰ ਉਹ ਇੱਕ ਬੜੀ ਵੱਡੀ ਗਾਂ ਜਾ ਕੇ ਗੱਲਬਾਤ ਹੈ ਕਿ ਖੁਦਾ ਚਾਹਵਾ ਨੂੰ ਫਿਰ ਬਾਅਦ ਚ ਦੇਖਾਂਗੇ। ਆ ਜਾਓ ਅਗਲੀ ਗੱਲ। ਆਂਗਨ, ਜਿਹੜਾ ਪਵਿੱਤਰ ਸਥਾਨ ਦਾ ਆਂਗਨ ਸੀਗਾ, ਜਿਹੜਾ ਆਪਾਂ ਦੇਖਿਆ ਮਿਲਾਪ ਦੇ ਤੰਬੂ ਦਾ ਜਿਹੜਾ ਵਿਹੜਾ ਸੀਗਾ, ਆਂਗਨ ਤੋਂ ਲੈ ਕੇ ਪਵਿੱਤਰ ਸਥਾਨ ਦੀ ਹਰ ਵਸਤੂ ਪ੍ਰਭੂ ਯਿਸੂ ਦੁਆਰਾ ਕੀਤੇ ਕੰਮਾਂ ਨੂੰ ਦਿਖਾਉਂਦੀ ਹੈ। ਆਂਗਨ ਜਿਹੜਾ ਵਿਹੜਾ, ਵਿਹੜੇ ਤੋਂ ਲੈ ਕੇ ਅਤੀ ਪਵਿੱਤਰ ਸਥਾਨ ਤੱਕ ਦੀ ਜਿੰਨੀਆਂ ਵੀ ਚੀਜ਼ਾਂ ਆ, ਇੱਕ ਕਿਹਨੂੰ ਦਿਖਾਉਂਦੀਆਂ ਆ? ਪ੍ਰਭੂ ਯਿਸੂ ਮਸੀਹ ਦੀ ਕੀਤੀ ਹੋਈ ਸੇਵਾ ਨੂੰ ਦਿਖਾਉਂਦੀ। ਸੋ ਇਹਦਾ ਮਤਲਬ ਜਦੋਂ ਅਸੀਂ ਇਹਦੇ ਤੇ ਧਿਆਨ ਕਰਦੇ, ਇਹਨੂੰ ਚੰਗੀ ਤਰ੍ਹਾਂ ਵਿਚਾਰ ਕਰਦੇ ਆ, ਵਚਨ ਨੂੰ ਲੱਭਦੇ, ਇਹਦੇ ਨਾਲ ਦੇ ਅਟੈਚ ਇਹਦੇ ਨਾਲ ਵਚਨ ਲੱਭਦੇ ਆ, ਤੇ ਸਾਨੂੰ ਕੀ ਪਤਾ ਲੱਗਦਾ ਆ? ਯਿਸੂ ਮਸੀਹ ਨੇ ਜਿਹੜਾ ਧਰਤੀ ਤੇ ਰਹਿ ਕੇ ਆਪਣਾ ਜੀਵਨ ਗੁਜ਼ਾਰਿਆ, ਉਹ ਸਾਰਾ ਇਹਦੇ ਵਿੱਚੋਂ ਕੀ ਜਾਂਦਾ ਆ? ਜ਼ਾਹਰ ਹੋ ਜਾਂਦਾ। ਸੋ ਯਿਸੂ ਮਸੀਹ ਨੇ ਇਹਦੇ ਤੋਂ ਕੁਝ ਵੀ ਇੱਧਰ ਉੱਧਰ ਜੀਵਨ ਗੁਜ਼ਾਰਿਆ ਨਹੀਂ। ਜੋ ਡਿਮਾਂਡ ਸੀ ਵਸਤਾਂ ਦੀ, ਉਸੇ ਅਨੁਸਾਰ ਜੀਵਨ ਗੁਜ਼ਾਰ ਕੇ ਦਿਖਾਇਆ, ਤੇ ਫੇਰ ਹੀ ਬਲੀਦਾਨ ਦਿੱਤਾ, ਆਪਣੇ ਆਪ ਨੂੰ ਪੂਰਾ ਕਰਕੇ, ਹੈ ਨਾ, ਬਲੀਦਾਨ ਦਿੱਤਾ। ਸੰਦੂਕ ਯਿਸੂ ਦੇ ਕੰਮਾਂ ਨੂੰ ਨਹੀਂ, ਯਿਸੂ ਕੌਣ ਹੈ ਉਸ ਨੂੰ ਦਿਖਾਉਂਦਾ ਹੈ। ਸੰਦੂਕ ਕੀ ਦਿਖਾਉਂਦਾ ਭਲਾ? ਕੌਣ ਆ ਇਸ ਗੱਲ ਨੂੰ ਦਿਖਾਉਂਦਾ। ਅੱਜ ਜ਼ਿਆਦਾਤਰ ਪ੍ਰਚਾਰ ਯਿਸੂ ਦੇ ਕੰਮਾਂ ਦੇ ਬਾਰੇ ਹੈ। ਪਰ ਯਿਸੂ ਕੌਣ ਹੈ ਇਸ ਦਾ ਪ੍ਰਚਾਰ ਬਹੁਤ ਘੱਟ ਹੈ। ਕੰਮ ਕੀਤੇ ਕਿਉਂਕਿ ਕਈਆਂ ਦੀ ਆੜ ਦੇ ਵਿੱਚ ਲੋਕਾਂ ਨੂੰ ਇਮੋਸ਼ਨਲੀ ਤੌਰ ਤੇ ਕੀ ਕਰਨਾ ਹੈ? ਬਲੈਕਮੇਲ ਕਰਨਾ। ਪਰ ਯਿਸੂ ਕੌਣ ਹੈ ਜਦੋਂ ਇਹ ਦੱਸਿਆ ਜਾਂਦਾ ਤੇ ਲੋਕੀ ਵੀ ਸੋਚ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ। ਠੀਕ ਹੈ, ਬਹੁਤ ਸਾਰੀਆਂ ਫੈਮਲੀਆਂ ਸਾਡੇ ਕੋਲ ਜਦੋਂ ਵਚਨ ਸੁਣਦੇ ਤੇ ਉਹ ਯਾਨੀ ਕਿ ਉਹਨਾਂ ਦੇ ਵਿਵੇਕ ਨੂੰ ਛੂ ਜਾਂਦਾ ਵਚਨ, ਔਰ ਉਹ ਫਿਰ ਇੱਕ ਨਿਰਣਾ ਲੈਣ ਦੇ ਮਨ ਕਰ ਲੈਂਦੇ ਆ। ਪਰ ਬਾਅਦ ਚ ਜਦੋਂ ਦੇਖਦੇ ਆ ਦੁਨਿਆਵੀ ਤੌਰ ਤੇ ਮੈਚਿੰਗ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਜੇ ਇਦਾਂ ਚੱਲੇ ਤੇ ਫਿਰ ਤਾਂ ਬੜਾ ਗੜਬੜ ਹੋਊਗੀ, ਤੇ ਫਿਰ ਉਹ ਕੀ ਕਰਦੇ ਆ? ਪਿੱਛੇ ਨੂੰ ਹਟਣਾ ਸ਼ੁਰੂ ਕਰਦੇ। ਪਰ ਜਦੋਂ ਅਸੀਂ ਸ਼ੁਰੂਆਤ ਹੀ ਕਿਸੇ ਨੂੰ ਯਿਸੂ ਮਸੀਹ ਕੌਣ ਆ ਇਹ ਕਰਕੇ ਦੱਸਦੇ ਆ, ਸਿਖਾਉਂਦੇ ਆ, ਤੇ ਫਿਰ ਉਹਨਾਂ ਦਾ ਮਨ ਯਿਸੂ ਨੂੰ ਜਾਣਨ ਦਾ ਹੋ ਜਾਂਦਾ। ਹਾਲੇਲੂਇਆ, ਹਾਲੇਲੂਇਆ। ਪਰ ਉਸਦੇ ਕੰਮ ਦੀ ਗੰਭੀਰਤਾ ਫਿਰ ਹੀ ਪਤਾ ਲੱਗੇਗੀ ਜਦੋਂ ਸਮਝਾਂਗੇ ਯਿਸੂ ਕੌਣ ਹੈ। ਅੱਜ ਲੋਕੀ ਕੰਮਾਂ ਦਾ ਬਿਆਨ ਕਰਦੇ ਰਹਿੰਦੇ ਯਿਸੂ ਦੇ, ਉਹ ਕੌਣ ਆ ਉਹਦੇ ਬਾਰੇ ਨਹੀਂ ਦੱਸਦੇ, ਤੇ ਜਦੋਂ ਨਹੀਂ ਦੱਸਦੇ ਤੇ ਫਿਰ ਉਹਨਾਂ ਨੂੰ ਪਤਾ ਵੀ ਲੱਗਦਾ ਨਹੀਂ, ਪਰ ਜਦੋਂ ਦੱਸਣਗੇ ਤੇ ਫਿਰ ਹੀ ਪਤਾ ਲੱਗੂਗੀ ਯਿਸੂ ਕੌਣ ਹੈ। ਸੋ ਜੇ ਇਹ ਕੰਮ ਕਰਨਾ ਹੈ ਤੇ ਲਿਖ ਲਓ, ਇਸ ਦੇ ਲਈ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਨਹੀਂ, ਜੀਵਨ ਦਿਖਾਉਣਾ ਹੈ। ਅੱਜ ਯਿਸੂ ਦੇ ਕੰਮਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਹੈ, ਦਿਨ ਰਾਤ ਹੋ ਰਿਹਾ ਆ, ਪਰ ਜੀਵਨ ਜਿਹੜਾ ਆ ਦਿਖਾਇਆ ਨਹੀਂ ਜਾ ਰਿਹਾ। ਤੋ ਕਾਹਦੀ ਲੋੜ ਆ? ਯਿਸੂ ਮਸੀਹ ਦਾ ਜੀਵਨ ਦਿਖਾਉਣ ਦੀ ਲੋੜ ਹੈ ਆਪਣੇ ਜੀਵਨ ਚ ਨਾ। ਯਿਸੂ ਦੇ ਵਿਅਕਤੀਤਵ ਨੂੰ ਸਮਝਾਂਗੇ ਤਾਂ ਹੀ ਉਸ ਦੇ ਕੰਮ ਦੀ ਗੰਭੀਰਤਾ ਸਮਝ ਆਏਗੀ। ਸੋ ਇੱਥੋਂ ਅਸੀਂ ਸੰਦੂਕ ਤੋਂ ਕੀ ਦੇਖ ਰਹੇ ਹਾਂ? ਯਿਸੂ ਮਸੀਹ ਦਾ ਵਿਅਕਤੀਤਵ, ਤੇ ਫੇਰ ਹੀ ਵਚਨ ਦੀ ਗੰਭੀਰਤਾ ਕੀ ਆਉਂਦੀ ਆ? ਸਮਝ ਆਉਂਦੀ। ਯਿਸੂ ਨੂੰ ਸਮਝਾਂਗੇ ਤਾਂ ਹੀ ਉਸਦੇ ਕੰਮ ਸਮਝ ਆਉਣਗੇ। ਸੋ ਕੰਮਾਂ ਦਾ ਪ੍ਰਚਾਰ ਵੀ ਹੋ ਰਿਹਾ, ਲੇਕਿਨ ਲੋਕਾਂ ਨੂੰ ਕੰਮ ਸਮਝ ਆ ਨਹੀਂ ਰਿਹਾ, ਕਿਉਂਕਿ ਯਿਸੂ ਨੂੰ ਸਮਝ ਨਹੀਂ ਰਿਹਾ। ਹਾਂ, ਨੂੰ ਸਮਝਾਂਗੇ ਤਾਂ ਹੀ ਉਸਦੇ ਕੰਮ ਦੀ ਗੰਭੀਰਤਾ ਸਮਝ ਆਏਗੀ। ਯਿਸੂ ਦੇ ਕੀਤੇ ਹੋਏ ਕੰਮਾਂ ਦੀ ਗੰਭੀਰਤਾ ਜਿਹੜੀ ਆ, ਉਹਦੀ ਗਹਿਰਾਈ ਕੀ ਆ, ਉਹ ਸਮਝ ਆਏਗੀ। ਯਿਸੂ ਨੂੰ ਸਮਝਾਂਗੇ ਤਾਂ ਹੀ ਉਸ ਦੇ ਕੰਮ ਸਮਝ ਆਉਣਗੇ।
ਨਹੀਂ ਤਾਂ ਉਹ ਸਾਡੇ ਲਈ ਚੰਗਾ ਕਰਨ ਵਾਲਾ ਅਤੇ ਆਸ਼ੀਸ਼ ਦੇਣ ਵਾਲਾ ਹੀ ਠਹਿਰੇਗਾ। ਜਿੱਦਾਂ ਲੋਕੀ ਕਹਿੰਦੇ ਚੰਗਾ ਕਰਨ ਵਾਲਾ ਤੇ ਹਾਲੇਲੂਇਆ। ਤੇ ਪਾਦਰੀਆਂ ਨੇ ਅੱਜ ਲੋਕਾਂ ਨੂੰ ਕਿਦਾਂ ਕੜਾਵੇ ਵਿੱਚ ਲਿਆ ਹੋਇਆ ਆ ਵੀ ਤੁਹਾਡੇ ਕੋਲ ਕੋਈ ਪਾਦਰੀ ਆਵੇ ਨਾ ਕੁਝ ਵੀ ਕਰੇ, ਉਹ ਗੱਲਬਾਤ ਕਰੇ, ਤੁਸੀਂ ਪੈਂਦੀ ਸੱਟੇ ਹੀ ਕਹਿ ਦੋ ਭਾਈ ਸਾਨੂੰ ਤਾਂ ਜਿੱਥੋਂ ਆਸ਼ੀਸ਼ਾਂ ਬਰਕਤਾਂ ਮਿਲੀਆਂ ਆ ਅਸੀਂ ਉੱਥੇ ਹੀ। ਚਮਕੌਰ ਸਾਹਿਬ ਇਦਾਂ ਮੇਰਾ ਹੈ ਜਿਹੜੇ ਘਰ ਚ ਬੰਦੇ ਕੀ ਤੁਹਾਨੂੰ ਕਹੇ ਉਹਨੇ ਕਿਸੇ ਹੋਰ ਭੈਣ ਨੂੰ ਬੁਲਾ, ਭੈਣ ਹਜੇ ਦਰਵਾਜ਼ੇ ਤੇ ਬੜੀ ਆ, ਸਲਾਮ ਨਹੀਂ ਦਵਾਨੀ, ਸਿੱਧੀ ਕਹਿੰਦੀ ਸਾਨੂੰ ਤਾਂ ਜਿੱਥੋਂ ਬਰਕਤਾਂ ਮਿਲੀਆਂ ਅਸੀਂ ਤਾਂ ਉੱਥੇ ਹੀ ਜਾਣਾ। ਤੇ ਪਾਦਰੀ ਨੇ ਕੀ ਲਾਇਆ ਉਹਨਾਂ ਨੂੰ ਬਰਕਤਾਂ। ਅਜੇ ਤੁਸੀਂ ਸਾਨੂੰ ਸੁਣੋ, ਤੁਸੀਂ ਅਸੀਂ ਕਹਿਣਾ ਕੀ ਚਾਹੁੰਦੇ, ਉਹਦਾ ਮਤਲਬ ਤੁਹਾਨੂੰ ਕੋਈ ਗੱਲ ਕਿਸੇ ਦੀ ਸੁਣਨ ਦੀ ਲੋੜ ਹੀ ਨਹੀਂ। ਹਾਲੇਲੂਇਆ। ਆ ਜਾਓ ਇੱਕ ਵਚਨ ਪੜ੍ਹ ਕੇ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ। ਲੇਵੀ 16 ਦੇ ਆਏ ਉਹਦੀ 11 ਤੋਂ 13 ਆਏ। ਇਸ ਗੱਲ ਨੂੰ ਆਪਾਂ ਕੱਲ ਨੂੰ ਫਿਰ ਪ੍ਰਭੂ ਚਾਹੂਗਾ ਤੇ ਵਿਚਾਰ ਕਰਾਂਗੇ, ਪਰ ਪੜ੍ਹ ਲਓ ਤੁਸੀਂ। 11 ਦੀ 16 ਦੀ 11 ਤੋਂ 13। ਲੇਵੀ 16 ਉਹਦੀ 11 ਤੋਂ 13। ਅਤੇ ਹਾਰੂਨ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆ ਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸ਼ਚਿਤ ਕਰੇ। ਉਸ ਬਲਦ ਨੂੰ ਲਿਆ ਕੇ ਆਪਣੇ ਲਈ ਤੇ ਆਪਣੇ ਟੱਬਰ ਲਈ ਕੀ ਕਰੇ ਭਲਾ? ਪ੍ਰਾਸ਼ਚਿਤ ਕਰੇ। ਮੰਨੇ ਕਿਤੇ ਕੋਈ ਉਖੜੇ ਆ, ਕਿਤੇ ਗਲਤੀ ਹੋਈ ਆ, ਆਪਣੀ ਵੀ ਤੇ ਆਪਣੇ ਟੱਬਰ ਦੀ ਵੀ। ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕੱਟ ਸੁੱਟੇ ਅਤੇ ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ਗੰਧ ਨਾਲ ਹੱਥ ਭਰ ਕੇ ਉਸ ਨੂੰ ਪਰਦੇ ਦੇ ਅੰਦਰ ਲੈ ਆਵੇ ਅਤੇ ਉਹ ਯਹੋਵਾ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ। ਜੋ ਧੂਪ ਦਾ ਬੱਦਲ ਪ੍ਰਾਸ਼ਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਕਈ ਉਹ ਮਰੇ ਨਾ। ਹਾਲੇਲੂਇਆ। ਇਸ ਗੱਲ ਨੂੰ ਕੱਲ ਖੁਦਾ ਚਾਹੂਗਾ ਤੇ ਆਪਾਂ ਸਮਝਾਂਗੇ। ਪ੍ਰਾਰਥਨਾ ਕਰਦੇ ਹਾਂ। ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ ਹੋ, ਧੰਨਵਾਦ ਹੋ ਅੱਜ ਅੱਛੇ ਸਮੇਂ ਲਈ ਜਦੋਂ ਬੈਠ ਕੇ ਤੇਰੇ ਵਚਨ ਨੂੰ ਸਿੱਖਣ ਦਾ ਮਨ ਆ ਗਿਆ ਆ। ਮੈਂ ਪ੍ਰਾਰਥਨਾ ਕਰਦਾ ਤੇਰੇ ਲੋਕ ਹਮੇਸ਼ਾ ਕੀਮਤ ਦਿੰਦੇ ਹੋਏ ਤੈਨੂੰ ਜਾਣ ਲੈਣ, ਤਾਂ ਕਿ ਖੁਦਾ ਸਵਰਗ ਤੋਂ ਸਾਮਰਥ ਪਾਉਣ ਔਰ ਬੰਧਨ ਟੁੱਟ ਜਾਣ ਔਰ ਆਪਣੇ ਮੁਕਤੀ ਦੇ ਕੰਮ ਨੂੰ ਪੂਰਾ ਕਰ ਲੈਣ। ਵੱਡੀ ਕਿਰਪਾ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਨਾਮ ਵਿੱਚ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਖਾਕਸ਼ਾ ਹੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰ ਮੁਕੱਦਸਾਂ ਨਾਲ ਹੁੰਦੀ ਰਹੇ। ਆਮੀਨ।